ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਦੇ ਕਾਂਡ ਨੰਬਰ 3 ਦੇ ਪੇਜ ਨੰਬਰ 19 ਤੋਂ ਲੈ ਕੇ 32 ਤੱਕ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਅਸੀਂ ਪੇਜ ਨੰਬਰ 33, 34 ਅਤੇ 35 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੇਜ ਨੰਬਰ 19 ਤੋਂ ਲੈ ਕੇ 32 ਤੱਕ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ 3 ਵਿੱਚ ਅਸੀਂ ਪੜ੍ਹਦੇ ਹਾਂ कि जगसीर मंडी तो नरमा सुट के वापस आ रहा हुंदा है तां उस नूं राह विच निक्का नाई मिलदा है जो किते गंढ देण जा रहा सी। ओह जगसीर नूं आखदा है कि जे उसने किते गेड़ फेड़ बनाया हुंदा तां ओह भी हुण आराम नाल जिंदगी बतीत करदा अते उसदे पुत्तर उसदा सारा काम सांभ लैंदे। इस तरह गल्लां करदिआं निक्का नाई ਜਦੋਂ ਸੂਏ ਦੀ ਪਟੜੀ ਪੈ ਜਾਂਦਾ ਹੈ ਤਾਂ ਜਗਸੀਰ ਉਸ ਦਾ ਨਰੋਵਾ ਸਰੀਰ ਵੇਖ ਕੇ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ ਹੈ ਅਤੇ ਉਹ ਜਦੋਂ ਨਿੱਕੇ ਵੱਲੋਂ ਨਿਗਾਹ ਹਟਾ ਕੇ ਆਪਣੇ ਸਰੀਰ ਵੱਲ ਝਾਤ ਮਾਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਕਦੇ ਜਵਾਨ ਹੀ ਨਹੀਂ ਸੀ। ਇਸ ਤੋਂ ਉਪਰੰਤ ਜਗਸੀਰ ਆਪਣੀ ਜਵਾਨੀ ਬਾਰੇ ਦੇ ਦਿਨ ਯਾਦ ਕਰਦਾ ਹੈ ਕਿ ਉਹ ਵੀ ਨਿੱਕੇ ਨਾਈ ਗੇਪੇ ਅਤੇ ਕੀਲੇ ਨਾਲ ਕਬੱਡੀ ਤੇ ਸੌਂਚੀ ਖੇਡਿਆ ਕਰਦਾ ਸੀ। ਉਸ ਦੇ ਮਿੱਤਰ ਜਦੋਂ ਕੁੜੀਆਂ ਦੀਆਂ ਗੱਲਾਂ ਕਰਦੇ ਸਨ ਤਾਂ ਉਸ ਦਾ ਵੀ ਜੀ ਕਰਦਾ ਸੀ ਕਿ ਉਹ ਵੀ ਕੁੜੀਆਂ ਦੀਆਂ ਗੱਲਾਂ ਕਰੇ, ਪਰ ਉਹ ਸੰਗਾਊ ਸੁਭਾਅ ਦਾ ਮਾਲਕ ਹੋਣ ਕਾਰਨ ਅਜਿਹਾ ਨਹੀਂ ਕਰਦਾ ਸੀ। ਇਸ ਤਰ੍ਹਾਂ ਜਦੋਂ ਨਿੱਕੇ ਨਾਈ ਦੇ ਜਗਸੀਰ ਵਿਆਹ ਗਿਆ ਸੀ ਤਾਂ ਉੱਥੇ ਵੀ ਕੁੜੀਆਂ ਨੇ ਉਸ ਨੂੰ ਬਹੁਤ ਮਖੌਲ ਕੀਤੇ ਸਨ, ਪਰ ਜਗਸੀਰ ਕੁੜੀਆਂ ਨੂੰ ਅੱਗੋਂ ਕੋਈ ਜਵਾਬ ਨਾ ਦੇ ਸਕਿਆ ਅਤੇ ਵਿਆਹ ਤੋਂ 3-4 ਦਿਨ ਬਾਅਦ ਗੇਬਾ, ਕੀਲਾ ਅਤੇ ਜਗਸੀਰ ਨਿੱਕੇ ਦੀ ਪਤਨੀ ਭਾਨੀ ਦੀ ਮੂੰਹ ਵਿਖਾਈ ਲਈ ਗਏ। ਪਰ ਜਗਸੀਰ ਨੇ ਜਦੋਂ ਨਿੱਕੇ ਦੀ ਵਹੁਟੀ ਦੇ ਚਿਹਰੇ ਦਾ ਖੱਬਾ ਪਾਸਾ ਵੇਖਿਆ ਤਾਂ ਉਸ ਦਾ ਸਾਰਾ ਸਰੀਰ ਸੁੰਨ ਹੋ ਗਿਆ। ਉਸ ਦਿਨ ਤੋਂ ਬਾਅਦ ਉਹ ਕਿਸੇ ਨਾ ਕਿਸੇ ਬਹਾਨੇ ਨਿੱਕੇ ਦੇ ਘਰ ਅੱਗੋਂ ਦੀ ਲੰਘਦਾ ਸੀ, ਪਰ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਭਾਨੀ ਦਾ ਸਾਰਾ ਰੰਗ ਰੂਪ ਕਦੇ ਨਾ ਵੇਖ ਸਕਿਆ। ਇਸ ਤੋਂ ਬਾਅਦ ਭਾਨੀ ਆਪਣੇ ਪੇਕੇ ਚਲੇ ਜਾਂਦੀ ਹੈ ਤੇ ਉਹ ਜਦੋਂ ਪੂਰਾ ਸਿਆਲ ਪੇਕੇ ਕੱਟ ਕੇ ਵਾਪਸ ਪਰਤਦੀ ਹੈ ਤਾਂ ਜਗਸੀਰ ਨੂੰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਜਾੜ ਪਿਆ ਪਿੰਡ ਛਪਾਰ ਦਾ ਮੇਲਾ ਬਣ ਗਿਆ ਹੋਵੇ। ਤੇ ਉਹ ਇੱਕ ਦਿਨ ਜਦੋਂ ਨਿੱਕੇ ਨਾਈ ਦੇ ਘਰ ਗਿਆ ਤਾਂ ਉਸ ਕੋਲੋਂ ਭਾਨੀ ਦਾ ਰੂਪ ਵੇਖ ਕੇ ਝੱਲਿਆ ਨਾ ਗਿਆ ਤੇ ਉਸ ਨੇ ਨੀਵੀਂ ਪਾ ਲਈ। ਉਸ ਸਮੇਂ ਭਾਨੀ ਨੇ ਉਸ ਨੂੰ ਜਦੋਂ ਕਿਹਾ ਕਿ ਇਸ ਤਰ੍ਹਾਂ ਡਰ ਕੇ ਨਹੀਂ ਪੁੱਗਦੀਆਂ ਤਾਂ ਇਹ ਸੁਣਦਿਆਂ ਹੀ ਜਗਸੀਰ ਉਹਨਾਂ ਦੇ ਘਰੋਂ ਨਿਕਲ ਆਇਆ। ਉਸੇ ਦਿਨ ਜਦੋਂ ਉਸ ਨੇ ਖੇਤ ਤੋਂ ਮੁੜਦਿਆਂ ਨਿੱਕੇ ਨਾਈ ਦੇ ਘਰ ਵੱਲ ਝਾਤ ਮਾਰੀ ਤਾਂ ਉਸ ਨੂੰ ਕੁਝ ਠੀਕ ਨਾ ਲੱਗਾ। ਅਗਲੇ ਦਿਨ ਉਸ ਨੂੰ ਕਾਕੇ ਦੇ ਮੁੰਡੇ ਕੋਲੋਂ ਇਹ ਪ੍ਰਤੱਖ ਹੋਇਆ ਕਿ ਨਿੱਕੇ ਨਾਈ ਨੇ ਆਪਣੀ ਪਤਨੀ ਭਾਨੀ ਨੂੰ ਘੋਟਣੇ ਨਾਲ ਕੁੱਟਿਆ ਸੀ। ਉਸ ਦਿਨ ਜਗਸੀਰ ਸਾਰਾ ਦਿਨ ਕੀਲੇ ਦੇ ਪਿੜ ਜਾ ਕੇ ਟਾਂਗਰ ਦੀ ਝੁੱਗੀ ਵਿੱਚ ਪਿਆ ਰਿਹਾ ਤੇ ਸ਼ਾਮ ਨੂੰ ਸ਼ਰਾਬ ਪੀ ਕੇ ਨਿੱਕੇ ਦੇ ਘਰ ਵੱਲ ਨੂੰ ਤੁਰ ਪਿਆ। ਉੱਥੇ ਪਹੁੰਚ ਕੇ ਜਗਸੀਰ ਨੇ ਜ਼ੋਰ ਦੀ ਲਲਕਾਰਾ ਮਾਰਦੇ ਹੋਏ ਨਿੱਕੇ ਨੂੰ ਘਰ ਤੋਂ ਬਾਹਰ ਆਉਣ ਲਈ ਕਿਹਾ ਤਾਂ ਨਿੱਕਾ ਜਗਸੀਰ ਦਾ ਲਲਕਾਰਾ ਸੁਣ ਕੇ ਗੰਡਾਸੀ ਚੁੱਕ ਲਿਆਇਆ। ਕੀਲੇ ਨੇ ਜਦੋਂ ਨਿੱਕੇ ਨੂੰ ਅਜਿਹਾ ਕਰਦੇ ਹੋਏ ਵੇਖਿਆ ਤਾਂ ਉਸਨੇ ਵੀ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹ ਆਪਸ ਵਿੱਚ ਲੜਨ ਲੱਗ ਪਏ। ਓਕੇ ਬੇਟਾ, ਇੱਥੇ ਤੱਕ ਪਹਿਲਾਂ ਅਸੀਂ ਰੀਡਿੰਗ ਕੀਤੀ ਸੀ। ਹੁਣ ਇਸ ਤੋਂ ਬਾਅਦ ਨੈਕਸਟ ਪੇਜ ਨੰਬਰ 33 ਬੇਟਾ, ਠੀਕ ਹੈ। ਪੇਜ ਨੰਬਰ 33 ਤੋਂ ਅਸੀਂ ਰੀਡਿੰਗ ਸ਼ੁਰੂ ਕਰਨੀ ਹੈ, ਪਰ ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 33 ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਓਕੇ, ਯੈਸ ਬੇਟਾ, ਫਰਸਟ ਵਰਡ ਹੈ ਫਾੜ ਦੇ ਨੇ ਬੂਹਾ ਬੰਦ ਕਰ ਦਿੱਤਾ। ਫਾੜ ਦੇ ਨੇ ਮਤਲਬ ਜਲਦੀ ਨਾਲ, ਤੇਜ਼ੀ ਨਾਲ। ਨੈਕਸਟ, ਕੀਚਰਾ ਹੋ ਗਿਆ, ਟੋਟੇ ਟੋਟੇ ਹੋ ਗਿਆ। ਦੋਹੋਂ ਚੋਹੋਂ, ਦੋਹੋਂ ਚੋਹੋਂ ਮਤਲਬ 2-4। ਵਰਜਦੇ, ਰੋਕਦੇ। ਨੈਕਸਟ ਹੈ ਸਮਝੌਤਾ ਦੇਣ ਲੱਗ ਪਏ, ਸਮਝਾਉਣ ਲੱਗ ਪਏ। ਭੰਗ ਦੇ ਭਾੜੇ, ਬੇਵਜ੍ਹਾ। ਲਾਈਨ ਹੈ ਨਾ, ਭੰਗ ਦੇ ਭਾੜੇ ਕਿਸੇ ਦਾ ਨੁਕਸਾਨ ਹੋ ਜੂ,
ਬੇਵਜ੍ਹਾ ਕਿਸੇ ਦਾ ਨੁਕਸਾਨ ਹੋਵੇਗਾ। ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ, ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਮਤਲਬ ਸ਼ਰਮਿੰਦਾ ਕਰਨਾ। ਕਾਲਸ ਦੇ ਟਿੱਕੇ, ਕਾਲਸ ਦਾ ਟਿੱਕਾ ਬਦਨਾਮੀ ਹੋਣੀ। ਥਿਆਉਂਦਾ ਲੱਭਦਾ। ਨੈਕਸਟ ਬੇਟਾ ਦਾੜੀ ਹੀ ਲੋਕਾਂ ਤੋਂ ਪਟਾਉਣੀ ਹੈ, ਦਾੜੀ ਲੋਕਾਂ ਤੋਂ ਪਟਾਉਣਾ ਬੇਇੱਜ਼ਤੀ ਕਰਵਾਉਣੀ। ਨੈਕਸਟ ਬੇਟਾ ਵਰਡ ਹੈ ਪੱਕ ਹੋ ਗਿਆ, ਪੱਕ ਹੋ ਗਿਆ ਯਕੀਨ ਹੋ ਗਿਆ। ਓਕੇ ਬੇਟਾ ਹੁਣ ਅਸੀਂ ਪੇਜ ਨੰਬਰ 33 ਦੀ ਰੀਡਿੰਗ ਕਰਾਂਗੇ। ਜੋ ਫਸਟ ਲਾਈਨ ਸੀ ਉਹ ਅਸੀਂ ਪੇਜ ਨੰਬਰ 32 ਨਾਲ ਪਹਿਲਾਂ ਰੀਡ ਕਰ ਲਈ ਹੈ, ਠੀਕ ਹੈ। ਨੈਕਸਟ ਹੈ ਬੇਟਾ ਤੁਹਾਡਾ ਬੇੜਾ ਬਹਿ ਜਾਏ। ਇਹ ਤੁਸੀਂ ਕੀ ਕਰ ਲਿਆ? ਨਿੱਕੇ ਦੀ ਮਾਂ ਨੇ ਚੀਕ ਮਾਰ ਕੇ ਆਖਿਆ ਤੇ ਫਾੜਦੇ ਨੇ ਬੂਹਾ ਬੰਦ ਕਰਕੇ ਬੂਹੇ ਅੱਗੇ ਖੜੋ ਗਈ। ਆ ਹੁਣ ਬਾਹਰ ਨਿਕਲ ਵੱਡਿਆ ਸੂਰਮਿਆਂ, ਵੇਖੀਏ ਤੇਰੀ ਸੂਰਮਤਾਈ। ਕੀਲੇ ਨੇ ਇੱਕ ਹੋਰ ਲਲਕਾਰਾ ਮਾਰਿਆ ਤੇ ਸਾਰੇ ਜ਼ੋਰ ਨਾਲ ਇੱਕ ਹੋਰ ਸਲੰਗ ਨਿੱਕੇ ਕੇ ਤਖਤਿਆਂ ਨਾਲ ਮਾਰੀ। ਸਲੰਗ ਦਾ ਦੂਜਾ ਸਿੰਗੜ ਵੀ ਟੁੱਟ ਕੇ ਪਾਸੇ ਜਾ ਡਿੱਗਿਆ। ਓਕੇ ਬੇਟਾ ਹੁਣ ਇੱਥੇ ਜਦੋਂ ਕੀਲਾ ਨਿੱਕੇ ਨਾਈ ਨੂੰ ਲਲਕਾਰਦਾ ਹੈ ਤਾਂ ਉਹ ਛੇਤੀ ਨਾਲ ਅੰਦਰ ਚਲਾ ਜਾਂਦਾ ਹੈ। ਇਹ ਵੇਖ ਕੇ ਨਿੱਕੇ ਦੀ ਮਾਂ ਛੇਤੀ ਛੇਤੀ ਆਪਣੇ ਘਰ ਦਾ ਬੂਹਾ ਬੰਦ ਕਰ ਲੈਂਦੀ ਹੈ, ਪਰ ਕੀਲਾ ਉਸ ਨੂੰ ਲਲਕਾਰਦੇ ਹੋਏ ਬਾਹਰ ਆਉਣ ਲਈ ਆਖਦਾ ਹੈ ਤੇ ਨਾਲ ਹੀ ਜੋ ਸਲੰਗ ਸੀ, ਜੋ ਉਸਨੇ ਤੰਗਲੀ ਫੜੀ ਹੋਈ ਸੀ, ਉਸ ਨੂੰ ਜ਼ੋਰ ਦੀ ਨਿੱਕੇ ਕੇ ਤਖਤਿਆਂ ਨਾਲ ਮਾਰਦਾ ਹੈ। ਠੀਕ ਹੈ ਬੇਟਾ। ਨੈਕਸਟ ਹੈ ਆਵੇ ਬਾਹਰ ਕੰਧਾਂ ਨੂੰ ਕੁੱਟਣ ਵਾਲਿਆ ਬਹਾਦਰਾ, ਹੁਣ ਕੇਰਾਂ ਬਾਹਰ ਮੂੰਹ ਤਾਂ ਕੱਢ ਕੇ ਵਿਖਾ। ਜਗਸੀਰ ਨੇ ਕੀਲੇ ਨਾਲੋਂ ਵੀ ਉੱਚਾ ਲਲਕਾਰਾ ਮਾਰਿਆ ਤੇ ਡੱਬ ਵਿੱਚੋਂ ਅਧੀਆ ਕੱਢ ਕੇ ਸਾਰੇ ਜ਼ੋਰ ਨਾਲ ਤਖਤਿਆਂ ਵਿੱਚ ਮਾਰਿਆ। ਅਧੀਆ ਕੀਚਰਾ ਹੋ ਗਿਆ। ਹੁਣ ਇਸ ਤੋਂ ਬਾਅਦ ਜੋ ਜਗਸੀਰ ਸੀ ਉਹ ਵੀ ਨਿੱਕੇ ਨੂੰ ਲਲਕਾਰਦਾ ਹੈ, ਲਲਕਾਰਦੇ ਹੋਏ ਆਖਦਾ ਹੈ ਕਿ ਬੇਸ਼ੱਕ ਕੰਧਾਂ ਨੂੰ ਕੁੱਟਣ ਵਾਲਿਆ ਮਤਲਬ ਕਿ ਜਿਵੇਂ ਇੱਥੇ ਦੱਸਿਆ ਗਿਆ ਕਿ ਨਿੱਕੇ ਨਾਈ ਨੇ ਆਪਣੀ ਪਤਨੀ ਭਾਨੀ ਦੇ ਉੱਪਰ ਹੱਥ ਚੁੱਕਿਆ ਸੀ, ਇਸ ਲਈ ਹੁਣ ਜਗਸੀਰ ਕਹਿ ਰਿਹਾ ਕਿ ਕੰਧਾਂ ਨੂੰ ਕੁੱਟਣਾ ਮਤਲਬ ਟੀਵੀ ਨੂੰ ਕੁੱਟਣਾ ਤੇ ਕੰਧ ਨੂੰ ਕੁੱਟਣਾ ਕਹਿੰਦੇ ਇੱਕ ਬਰਾਬਰ ਹੈ। ਠੀਕ ਹੈ ਕਿ ਉਸਨੇ ਬੇਸ਼ੱਕ ਭਾਨੀ ਦੇ ਉੱਪਰ ਤਾਂ ਹੱਥ ਚੁੱਕਿਆ ਹੈ, ਉਸ ਨੂੰ ਤਾਂ ਮਾਰਿਆ ਹੈ, ਹੁਣ ਕੇਰਾਂ ਬਾਹਰ ਮੂੰਹ ਤਾਂ ਕੱਢ ਕੇ ਵਿਖਾ, ਮਤਲਬ ਕਿ ਉਹ ਜਗਸੀਰ ਤੇ ਕੀਲੇ ਦਾ ਸਾਹਮਣਾ ਕਰਕੇ ਵਿਖਾਵੇ। ਠੀਕ ਹੈ ਉਹ ਸਿਰਫ ਔਰਤ ਦੇ ਉੱਪਰ ਹੀ ਹੱਥ ਚੁੱਕਣ ਦੇ ਲਾਇਕ ਹੈ। ਜਗਸੀਰ ਨਿੱਕੇ ਨੂੰ ਲਲਕਾਰਦੇ ਹੋਏ ਆਖ ਰਿਹਾ ਹੈ। ਫਿਰ ਉਹ ਡੱਬ ਵਿੱਚੋਂ ਅਧੀਆ ਕੱਢਦਾ ਹੈ ਤੇ ਜ਼ੋਰ ਦੇ ਨਾਲ ਗੁੱਸੇ ਵਿੱਚ ਉਹ ਵੀ ਉੱਥੇ ਦਰਵਾਜ਼ੇ ਦੇ ਜੋ ਤਖਤੇ ਸਨ ਉਹਨਾਂ ਨਾਲ ਮਾਰਦਾ ਤੇ ਅਧੀਆ ਟੁੱਟ ਕੇ ਚੂਰੋ ਚੂਰ ਹੋ ਜਾਂਦਾ ਹੈ। ਨੈਕਸਟ ਬੇਟਾ ਇੰਨੇ ਨੂੰ ਆਸੇ ਪਾਸਿਓਂ ਗੁਆਂਢੀ ਭੱਜ ਕੇ ਉਹਨਾਂ ਨੂੰ ਆ ਪਏ। ਦੋਹਾਂ ਚੌਹਾਂ ਬੰਦਿਆਂ ਨੇ ਉਹਨਾਂ ਦੋਹਾਂ ਨੂੰ ਫੜ ਲਿਆ ਤੇ ਵਡੇਰੀ ਉਮਰ ਦੇ ਸਿਆਣੇ ਲੜਾਈ ਤੋਂ ਵਰਜਦੇ ਸਮਝੌਤਾ ਦੇਣ ਲੱਗ ਪਏ। ਐ ਨਹੀਂ ਲੜੀਦਾ ਹੁੰਦਾ ਓਏ ਪਗਲਿਓ, ਤੀਵੀਆਂ ਪਿੱਛੇ ਲੱਖਾਂ ਕਰੋੜਾਂ ਦੇ ਬੰਦੇ ਮਰ ਜਾਂਦੇ ਐ, ਕੋਈ ਅਕਲ ਦੀ ਗੱਲ ਕਰੀਦੀ ਹੈ। ਕਿਸੇ ਦਾ ਕੁਛ ਨਹੀਂ ਜਾਣਾ, ਐਵੇਂ ਭੰਗ ਦੇ ਪਹਾੜੇ, ਕਿਸੇ ਦਾ ਨੁਕਸਾਨ ਹੋ ਜੂ। ਹੁਣ ਬੇਟਾ ਇੱਥੇ ਦੇਖੋ ਲਾਈਨ ਦਿੱਤੀ ਤੀਵੀਆਂ ਪਿੱਛੇ ਲੱਖਾਂ ਕਰੋੜਾਂ ਦੇ ਬੰਦੇ ਮਰ ਜਾਂਦੇ ਐ, ਮਤਲਬ ਕਿ ਮਨੁੱਖ ਜੋ ਹੈ ਉਸ ਦੀ ਕੀ ਕਹਿ ਦਿੱਤਾ ਗਿਆ, ਉਸ ਦਾ ਜੋ ਮੁੱਲ ਹੈ ਲੱਖਾਂ ਕਰੋੜਾਂ ਦੇ ਬਰਾਬਰ ਹੈ ਕੀਮਤ ਜੋ ਇਨਸਾਨ ਦੀ। ਠੀਕ ਹੈ ਇਸ ਲਈ ਜਦੋਂ ਸਿਆਣੇ ਆਦਮੀ ਨਿੱਕੇ ਹੁਣਾਂ ਦੇ ਝਗੜੇ ਦੀ ਆਵਾਜ਼ ਸੁਣਦੇ ਹਨ ਤਾਂ ਉਸ ਸਮੇਂ ਉਹ ਜਗਸੀਰ ਕੀਲੇ ਨੂੰ ਵੀ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਔਰਤ ਦੇ ਪਿੱਛੇ ਨਹੀਂ ਲੜੀਦਾ ਤੇ ਬੇਸ਼ੱਕ ਇਸ ਦੇ ਨਾਲ ਕਿਸੇ ਦਾ ਬੇਵਜ੍ਹਾ ਨੁਕਸਾਨ ਹੋ ਜਾਵੇਗਾ। ਠੀਕ ਹੈ ਬੇਟਾ। ਨੈਕਸਟ ਹੈ ਪਰ ਜਗਸੀਰ ਤੇ ਕੀਲਾ ਲਲਕਾਰੇ ਮਾਰਨੋਂ ਨਾ ਹਟੇ। ਨਿੱਕੇ ਕੇ ਅੰਦਰੋਂ ਮੁੜ ਕੋਈ ਆਵਾਜ਼ ਨਾ ਆਈ। ਉਹਨਾਂ ਦੇ ਵਿਹੜੇ ਵਿੱਚ ਜਗਦਾ ਦੀਵਾ ਵੀ ਬੁਝ ਗਿਆ ਸੀ। ਜਗਸੀਰ ਤੇ ਕੀਲੇ ਨੂੰ ਸਮਝਾ ਬੁਝਾ ਕੇ ਲੋਕ ਘਰੋਂ ਘਰੀ ਛੱਡ ਆਏ ਤੇ ਗੱਲ ਮੱਠੀ ਪੈ ਗਈ। ਜਗਸੀਰ ਘਰੇ ਜਾ ਕੇ ਕੋਠੇ ਉੱਤੇ ਜਾ ਚੜਿਆ। ਉਹਦੇ ਪਿਓ ਨੂੰ ਸਾਰੀ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਨੰਦੀ ਨੂੰ ਉਹਨੇ ਦੱਸ ਦਿੱਤਾ ਸੀ। ਨੰਦੀ ਚੁੱਪ ਕਰਕੇ ਉਹਦੇ ਮੰਜੇ ਕੋਲ ਜਾ ਬੈਠੀ। ਮਗਰੇ ਜਗਸੀਰ ਦਾ ਪਿਓ ਆ ਗਿਆ। ਜਗਸਿਆ ਪੁੱਤ, ਸਾਨੂੰ ਤੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। ਉਹਦੀ ਮਾਂ ਨੇ ਅੱਖਾਂ ਪੂੰਝਦਿਆਂ ਆਖਿਆ, ਜੇ ਤੈਨੂੰ ਕੁਝ ਹੋ ਜਾਂਦਾ ਤਾਂ ਤੈਨੂੰ ਪਤਾ ਹੈ ਸਾਡਾ ਕੀ ਹਾਲ ਹੋਣਾ ਸੀ। ਨਾਲੇ ਇਹਨਾਂ ਕੰਮਾਂ 'ਚੋਂ ਕਾਲਸ ਦੇ ਟਿੱਕੇ ਤੋਂ ਬਿਨਾਂ ਹੋਰ ਕੁਛ ਨਹੀਂ ਥਿਆਉਂਦਾ ਹੁੰਦਾ। ਉਹਦੀ ਮਾਂ ਬੋਲੀ ਗਈ। ਜਗਸੀਰ ਚੁੱਪ ਕੀਤਾ ਪਿਆ ਰਿਹਾ। ਉਹਦੇ ਕੰਨਾਂ ਵਿੱਚ ਹੋਰ ਹੀ ਤਰ੍ਹਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ।
ਮਾਂ ਦੀ ਕੋਈ ਗੱਲ ਉਹਨੂੰ ਸਪਸ਼ਟ ਸੁਣਾਈ ਨਹੀਂ ਦਿੰਦੀ ਸੀ। ਪਰ ਜਦੋਂ ਉਸ ਪਿਓ ਦੀ ਆਵਾਜ਼ ਸੁਣੀ ਤਾਂ ਉਹਦੇ ਪਿੰਡੇ ਵਿੱਚੋਂ ਇੱਕ ਝਰਨਾਟ ਜਿਹੀ ਨਿਕਲੀ। ਜਗਸਿਆ, ਜੇ ਤੂੰ ਬੁੱਢੇ ਬਾਰੇ ਮੇਰੀ ਦਾੜੀ ਲੋਕਾਂ ਤੋਂ ਪਟਾਉਣੀ ਹੈ ਤਾਂ ਮੈਂ ਖੂਹ 'ਚ ਹੀ ਛਾਲ ਮਾਰ ਦਿੰਨਾ। ਜਗਸੀਰ ਨੇ ਰਤਾ ਭੌਂ ਕੇ ਵੇਖਿਆ। ਉਹਦਾ ਪਿਓ ਪੱਗ ਦੇ ਲੜ ਨਾਲ ਅੱਖਾਂ ਪੂੰਝੀ ਜਾਂਦਾ ਸੀ। ਉਹਨੂੰ ਉਹਦੀ ਇਸ ਗੱਲ ਉੱਤੇ ਰੱਤੀ ਭਰ ਵੀ ਸ਼ੱਕ ਨਾ ਹੋਇਆ ਕਿ ਇਹ ਗੱਲ ਸਿਰਫ ਉਹਨੂੰ ਡਰਾਉਣ ਲਈ ਹੀ ਆਖਦਾ ਸੀ। ਜੇ ਕੋਈ ਗੱਲ ਬਣ ਗਈ ਤਾਂ ਇਹ ਸੱਚੀ ਹੀ ਖੂਹ ਵਿੱਚ ਛਾਲ ਮਾਰ ਦੇਵੇਗਾ। ਉਹਦਾ ਮੂੰਹ ਵੇਖ ਕੇ ਜਗਸੀਰ ਨੂੰ ਪੱਕ ਹੋ ਗਿਆ ਸੀ। ਜਾ ਪੈ ਜਾ ਬਾਪੂ, ਜੋ ਹੋਣੀ ਸੀ ਹੋ ਗਈ। ਜਗਸੀਰ ਨੇ ਬੜੀ ਨਰੋਈ ਆਵਾਜ਼ ਵਿੱਚ ਕਿਹਾ, ਅਗਾਂਹ ਨੂੰ ਕੁਛ ਨਹੀਂ ਹੁੰਦਾ। ਹੁਣ ਇਸ ਤਰ੍ਹਾਂ ਜਦੋਂ ਜਗਸੀਰ ਆਪਣੇ ਘਰ ਪਹੁੰਚਦਾ ਹੈ ਤਾਂ ਉਸਦੇ ਮਾਤਾ ਪਿਤਾ ਠੋਲੇ ਅਤੇ ਨੰਦੀ ਨੂੰ ਉਸਦੀ ਅਜਿਹੀ ਹਰਕਤ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਜਦੋਂ ਕੋਠੇ ਉੱਪਰ ਜਾਂਦਾ ਹੈ ਤਾਂ ਉਸ ਸਮੇਂ ਨੰਦੀ ਅਤੇ ਠੋਲਾ ਉਸ ਕੋਲ ਆਉਂਦੇ ਹਨ ਅਤੇ ਉਸ ਨੂੰ ਆਖਦੇ ਹਨ ਕਿ ਉਸਨੇ ਅਜਿਹਾ ਕਰਕੇ ਉਹਨਾਂ ਨੂੰ ਪਿੰਡ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ, ਅਤੇ ਨਾਲ ਹੀ ਉਸਨੂੰ ਸਮਝਾਉਂਦੇ ਹਨ ਕਿ ਅਜਿਹੇ ਕੰਮਾਂ ਵਿੱਚ ਬਦਨਾਮੀ ਤੋਂ ਇਲਾਵਾ ਕੁਝ ਵੀ ਨਹੀਂ ਲੱਭਦਾ। ਪਰ ਜਗਸੀਰ ਦਾ ਪਿਓ ਜਦੋਂ ਉਸ ਨੂੰ ਇਹ ਗੱਲ ਆਖਦਾ ਹੈ ਕਿ ਜੇਕਰ ਉਸਨੇ ਬੁੱਢੇ ਬਾਰੇ ਉਸ ਦੀ ਬੇਇੱਜ਼ਤੀ ਕਰਵਾਉਣੀ ਹੈ, ਲੋਕਾਂ ਤੋਂ ਦਾੜੀ ਪਟਵਾਉਣੀ ਹੈ ਤਾਂ ਖੂਹ ਵਿੱਚ ਛਾਲ ਮਾਰ ਦੇਵੇਗਾ। ਅਤੇ ਜਦੋਂ ਜਗਸੀਰ ਨੇ ਆਪਣੇ ਪਿਓ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਉਸ ਦਾ ਪਿਓ ਉਸ ਨੂੰ ਇਹ ਗੱਲ ਡਰਾਉਣ ਲਈ ਨਹੀਂ ਆਖ ਰਿਹਾ ਸੀ, ਬਲਕਿ ਆਪਣੇ ਪਿਓ ਦੇ ਮੂੰਹ ਵੱਲ ਵੇਖ ਕੇ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਸੱਚਮੁੱਚ ਹੀ ਕਿਤੇ ਕੋਈ ਅਜਿਹੀ ਹਰਕਤ ਜਾਂ ਅਜਿਹਾ ਕੰਮ ਨਾ ਕਰ ਬੈਠੇ, ਸੱਚਮੁੱਚ ਹੀ ਖੂਹ ਵਿੱਚ ਛਾਲ ਨਾ ਮਾਰ ਦੇਵੇ। ਇਸ ਲਈ ਉਹ ਆਪਣੇ ਬਾਪੂ ਨੂੰ ਹੌਸਲਾ ਦਿੰਦੇ ਹੋਏ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਜਿਹਾ ਕੁਝ ਨਹੀਂ ਕਰੇਗਾ। ਓਕੇ ਬੇਟਾ, ਨੈਕਸਟ ਪੇਜ ਨੰਬਰ 34 ਦੇ ਪਹਿਲੇ ਅਸੀਂ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਹੈ ਬੇਟਾ ਇੱਥੇ ਘਿਣਾ ਪਾਉਂਦੀ ਰਹੀ। ਘਿਣਾ ਪਾਉਣੀਆਂ ਜਿਵੇਂ ਦੂਸਰੇ ਇਨਸਾਨ ਨੂੰ ਸਮਝਾਉਣ ਦਾ ਯਤਨ ਕਰਨਾ, ਠੀਕ ਹੈ। ਤਾੜਨਾ ਕਰ ਦਿੱਤੀ, ਸਮਝਾ ਦਿੱਤਾ। ਤਾਚ ਆ ਕੇ, ਗੁੱਸੇ 'ਚ ਆ ਕੇ। ਗੱਲ ਨਿਬੜ ਗਈ, ਫੈਸਲਾ ਹੋ ਗਿਆ। ਖਬਰ ਲੈਣ ਆਇਆ, ਹਾਲ ਪੁੱਛਣ ਆਇਆ। ਵਿੰਗੇ ਟੰਬਿਆਂ, ਟੰਬਿਆਂ ਬੇਟਾ ਵਿੰਗੀ ਟੇਢੀ ਲੱਕੜ। ਨੈਕਸਟ ਬੇਟਾ ਹੰਡੇ, ਤਜਰਬੇਕਾਰ। ਭੇਤ ਨਹੀਂ ਲੱਗਣ ਦਿੱਤਾ, ਕਿਸੇ ਨੂੰ ਸੂਹ ਨਾ ਲੱਗਣ ਦੇਣਾ। ਟੂਮਾ, ਗਹਿਣੇ। ਤਕੜੇ ਸੋਤੇ ਤਾਈਂ, ਤਕੜੇ ਸੋਤੇ ਤਾਈਂ ਮਤਲਬ ਕਾਫੀ ਹਨੇਰੇ ਤੱਕ। ਅੰਦਰ ਟੋਹਣਾ, ਅੰਦਰ ਟੋਹਣਾ ਚਾਹੁੰਦੇ ਸਨ, ਅੰਦਰੂਨੀ ਭਾਵਨਾਵਾਂ ਜਾਣਨੀਆਂ ਚਾਹੁੰਦੇ ਸਨ, ਠੀਕ ਹੈ। ਨੈਕਸਟ ਬੇਟਾ ਔਨ 34 ਪੇਜ 'ਤੇ ਅਸੀਂ ਰੀਡਿੰਗ ਕਰਾਂਗੇ। ਜਗਸੀਰ ਦੇ ਪਿਓ ਨੂੰ ਜਿਵੇਂ ਭਰੋਸਾ ਆ ਗਿਆ, ਉਹ ਚੁੱਪ ਕਰਕੇ ਹੇਠ ਉਤਰ ਆਇਆ, ਪਰ ਨੰਦੀ ਉੱਥੇ ਬੈਠੀ ਉਵੇਂ ਘਿਣਾ ਪਾਉਂਦੀ ਰਹੀ। ਜਦੋਂ ਜਗਸੀਰ ਨੇ ਮੁੜ ਕੋਈ ਉੱਤਰ ਨਾ ਦਿੱਤਾ ਤਾਂ ਉਹ ਵੀ ਉੱਠ ਕੇ ਆ ਗਈ। ਕਈ ਵਾਰ ਉਹਨੇ ਜਗਸੀਰ ਨੂੰ ਰੋਟੀ ਨੂੰ ਪੁੱਛਿਆ, ਪਰ ਉਸ ਨਾ ਕਰ ਦਿੱਤੀ। ਉਦੋਂ ਅਗਲੇ ਦਿਨ ਨਿੱਕੇ ਨੇ ਆਪਣੀ ਬਰਾਦਰੀ ਦੇ 5-7 ਬੰਦੇ ਇਕੱਠੇ ਕਰਕੇ ਪੰਚਾਇਤ ਸੱਦੀ। ਕੁਝ ਸੱਚੀ, ਕੁਝ ਝੂਠੀ ਗੱਲ ਬਣਾ ਕੇ ਉਹਨੇ ਜਗਸੀਰ ਤੇ ਕੀਲੇ ਦੀ ਕਰਤੂਤ ਪੰਚਾਇਤ ਨੂੰ ਦੱਸੀ। ਪੰਚਾਇਤ ਵਾਲਿਆਂ ਨੇ ਜਗਸੀਰ ਤੇ ਕੀਲੇ ਦੇ ਪਿਓਆਂ ਨੂੰ ਬੁਲਾ ਕੇ ਤਾੜਨਾ ਕਰ ਦਿੱਤੀ ਕਿ ਅੱਗੋਂ ਨੂੰ ਉਹਨਾਂ ਕੋਈ ਅਜਿਹੀ ਗੱਲ ਕੀਤੀ ਤਾਂ ਥਾਣੇ ਇਤਲਾਹ ਕਰ ਦਿੱਤੀ ਜਾਏਗੀ। ਜਗਸੀਰ ਦਾ ਪਿਓ ਤਾਂ ਚੁੱਪ ਕਰ ਰਿਹਾ, ਪਰ ਕੀਲੇ ਦੇ ਪਿਓ ਤੋਂ ਚੁੱਪ ਨਾ ਧਾਰੀ ਗਈ। ਜਦੋਂ ਇਹ ਆਪਦੀਆਂ ਰਿਆਂ ਟਾਂਡੀਆਂ ਨੂੰ ਨਹੀਂ ਸਾਂਭ ਕੇ ਰੱਖਦੇ ਤਾਂ ਸਾਡੇ ਮੁੰਡੇ ਐਵੇਂ ਕਸੂਰਵਾਰ ਹੋਣਗੇ, ਉਸ ਤਾਚ ਆ ਕੇ ਕਿਹਾ। ਨਿੱਕੇ ਨੂੰ ਗੁੱਸਾ ਆਇਆ, ਪਰ ਕੀਲੇ ਦਾ ਪਿਓ ਆਪਣੇ ਜ਼ਮਾਨੇ ਦਾ ਵੈਲੀ ਬੰਦਾ ਸੀ। ਉਹਦੇ ਅੱਗੇ ਬੋਲਣ ਦੀ ਅਜੇ ਤਾਈਂ ਕਿਸੇ ਦੀ ਦਲੇਰੀ ਨਹੀਂ ਸੀ ਪੈਂਦੀ। ਨਿੱਕਾ ਵਿੱਚੇ ਵਿੱਚ ਗੁੱਸੇ ਨੂੰ ਪੀ ਗਿਆ। ਪੰਚਾਇਤ ਵਾਲਿਆਂ ਨੇ ਜ਼ੋਰ ਪਾ ਕੇ ਕੀਲੇ ਦੇ ਪਿਓ ਨੂੰ ਸਮਝਾ ਦਿੱਤਾ ਤੇ ਗੱਲ ਨਿਬੜ ਗਈ। ਹੁਣ ਇਸ ਤੋਂ ਬਾਅਦ ਬੇਟਾ ਨੰਦੀ ਵੀ ਜਗਸੀਰ ਜਦੋਂ ਆਪਣੇ ਪਿਓ ਨੂੰ ਇਹ ਗੱਲ ਆਖਦਾ ਹੈ ਕਿ ਉਹ ਅਗਾਂਹ ਤੋਂ ਅਜਿਹਾ ਕਦਮ ਨਹੀਂ ਚੁੱਕੇਗਾ ਤਾਂ ਉਸ ਸਮੇਂ ਜਗਸੀਰ ਦੇ ਪਿਓ ਠੋਲੇ ਨੂੰ ਉਸ ਉੱਪਰ ਵਿਸ਼ਵਾਸ ਹੋ ਜਾਂਦਾ ਹੈ ਅਤੇ ਚੁੱਪ ਕਰਕੇ ਹੇਠਾਂ ਆ ਜਾਂਦਾ ਹੈ। ਪਰ ਨੰਦੀ ਉਸ ਨੂੰ ਬਾਰ-ਬਾਰ ਫਿਰ ਸਮਝਾਉਣ ਦਾ ਯਤਨ ਕਰਦੀ ਹੈ, ਪਰ ਜਗਸੀਰ ਦੇ ਉੱਪਰ
कोई असर नहीं हुंदा। वो अपनी माँ की गल का कोई जवाब नहीं दिंदा। फिर वह भी उठ के हेठां आ जाती है। अगले दिन बेटा निक्का जो है अपनी बरादरी के 5-7 बंदे इकट्ठे करता है तो पंचायत बुला लैंदा है। तो पंचायत के सामने जगसीर अते कीले द्वारा की गई करतूत नूं दस्सिया जाता है। जो पंचायत के बंदे जगसीर ते कीले के प्यो नूं बुलाउंदे हन ते उन्हां नूं समझाउंदे हन कि जेकर जगसीर ते कीले ने अगे तो अजिही हरकत की तो थाणे विच इतलाह कर दी जाएगी, शिकायत कर दी जाएगी। जगसीर का प्यो ठोला चुप रहिंदा है, पर जो कीले का प्यो सी वो अपने जमाने का वैली बंदा सी। वो अगों बड़े गुस्से में आखदा है कि जदों ये आपदियां रिहां ढांडियां नूं नहीं साਂਭ के रखते, मतलब कि जदों ये अपनियां तीवियां नूं ही नहीं समझा के रखते, संभाल के नहीं रख सकते, तो कहंदा कि साडे मुंडियां दा की कसूर है इहदे विच। ठीक है बेटा, पर पंचायत के लोग कीले के प्यो नूं भी समझा दिंदे हन ते इस तरह फैसला हो जाता है। नैक्सट है बेटा, दूसरे दिन फिर जगसीर कीले की झुग्गी विच ही पिया रहा। गेबे नूं रात ही सारी गल दा पता लग गया सी। वह भी उहदी खबर लैण आया, पर जगसीर दा अंदर ही जिवें मर गया सी। उहदे उत्ते किसी चंगी मंदी गल दा असर ही होणों हट गया सी। कीले के खेतों लांगा ढोंदे सन। सुन्ने पेड़ विच कुत्ते दे घोरने वर्गी झुग्गी विच पिया जगसीर सारा दिन सखणियां अखां नाल झुग्गी दे विंगे टंबियां वल झाकदा रहा। कीले ने उत्थे ही उहनूं रोटी लिया दित्ती ते ओह खा के फिर पै गया। फिर दूसरे दिन बेटा जगसीर खेत नहीं जाता, कीले की झुग्गी विच ही पिया रहिंदा है। सारा दिन उत्थे जो झुग्गी दी विंगे टेढ़े टंबे लकड़ां वाली वेखदा रहिंदा है ते कीला उत्थे उहनूं रोटी लिया दिंदा है ते फिर उत्थे ही लम्मे पै जांदा है। नैक्सट बेटा, लै बेलिया तेरी हीर तां तुर गई। दिन दे छपा नाल गेबे ने आके जगसीर नूं दस्सिया। उहदा प्यो ते वड्डा भरा अज तड़के आए सी। काका दसदा बई वो निक्के नूं मारन पै गए, वो किधरे लुक गया। यह गल गुमसुम ही होई है। बड़े हंडे बंदे दसी दे है, किसी नूं भेत नहीं लगन दिता। अज तीजे पहर उन्होंने निक्के दी मां नूं डरा के सारियां टूमां लै लईआं ते भानी नाल नूं लैके तुर गए। ऐसा दाबा दे के गए है बई उन्हां दे जान तो पहर मगरों ताई भी बूढ़ी ने आवाज़ नहीं कड्डी। पर काका कहंदा है हुण घरे बैठे उच्ची उच्ची रोई जांदी सी। मैं दोहों जहानों गई वे पिंडा, मेरा सारा घर बार लुट के लै गए वे लोको। ओह वड्डा सियों वड्डा जोधा दोपहर दा घरे नहीं वड़िया डरदा मारिया। फिर इस तरह बेटा इस पैरे विच दस्सिया गया कि जदों जगसीर का मित्र गेबा दिन दे छपा नाल आउंदा है तो जगसीर नूं दसदा है कि भानी दा प्यो ते वड्डा भरा तड़के आए सी ते ओह ना एक तां निक्के नूं भी मारन पै गए ते नाल ही ओह जो निक्के दी मां सी उस नूं भी अजिहा दाबा दे के गए हन कि ओह उन्हां दे जान तो पिछों उसकी आवाज़ तक नहीं निकली। वो भानी नूं भी नाल लै गए हन ते नाल ही सारियां टूमां भाव के सारे गहणे भी नाल लै गए हन। ते उस तो बाद काके ने गेबे नूं यह भी दस्सिया सी कि हुण बस इकल्ली बैठी उच्ची उच्ची रोई जा रही सी। नैक्सट बेटा, जगसीर सुनी गया पर उहदे चित्त उत्ते अजिहा कोई असर नहीं सी हो रहा कि उहनूं कोई डूंगी पीड़ अनुभव हुंदी। उहनूं इंज जापदा सी ਇਹ ਸਾਰੀਆਂ ਗੱਲਾਂ ਉਹਨੂੰ ਪਹਿਲਾਂ ਹੀ ਪਤਾ ਸਨ ਤੇ ਇਸ ਦੇ ਵਿੱਚ ਕੋਈ ਹੈਰਾਨੀ ਨਹੀਂ ਸੀ। ਦਿਨ ਛੁਪਣ ਸਾਰ ਕੀਲਾ ਵੀ ਆ ਗਿਆ। ਕੀਲੇ ਨੇ ਬੋਤਲ ਲੈ ਆਂਦੀ। ਉਹ ਤਿੰਨੇ ਜਣੇ ਤਕੜੇ ਸੋਤੇ ਤਾਈਂ ਪੀਂਦੇ ਰਹੇ। ਕੀਲਾ ਤੇ ਗੇਬਾ ਜਗਸੀਰ ਦਾ ਅੰਦਰ ਟੋਹਣਾ ਨੈਕਸਟ ਬੇਟਾ ਨੈਕਸਟ ਪੇਜ ਤੇ ਨੇ 35 ਤੇ 2 ਲਾਈਨਾਂ ਟੋਹਣਾ ਚਾਹੁੰਦੇ ਸਨ, ਪਰ ਉਸ ਐਸੀ ਚੁੱਪ ਧਾਰੀ ਕਿ ਉਹਨਾਂ ਦੇ ਬਰਾਬਰ ਦੀ ਪੀ ਕੇ ਵੀ ਉਹ ਨਾ ਉਧੜਿਆ मतलब कुछ ना बोलिया। ਉਹਦੇ अंदर एक गंढ जही ਵੱਜ गई सी जो हुण ਉਹ ਤੋਂ ਨਹੁੰਆਂ नाल सारा जोर लाया भी नहीं सी खोलदी। हुण जदों गेबे ने पानी दे जान संबंधी जगसीर नूं दस्सिया सी पर उसके उपर कोई असर नहीं हुंदा। उसनूं इस तरह महसूस हुंदा है जिवें सारियां गल्लां उसनूं पहलां ही पता सन। फिर दिन छुपन वाला सी, उस समय कीला भी आ जाता है तो वह भी शराब की बोतल लै आंदा है। तो तिन्ने जाने तकड़े सोते तक मतलब काफ़ी हनेरे तक शराब पींदे रहिंदे हन। कीला ते गेबा वो जगसीर दीयां अंदरूनी भावनावां नूं जानना चाहुंदे सन, पर जगसीर
ਉਹਨਾਂ ਦੇ ਬਰਾਬਰ ਦੀ ਸ਼ਰਾਬ ਪੀ ਕੇ ਵੀ ਮੂੰਹੋਂ ਕੁਝ ਨਹੀਂ ਬੋਲਿਆ ਸੀ। ਠੀਕ ਹੈ, ਮਤਲਬ ਉਹਦੇ ਅੰਦਰ ਇੱਕ ਗੰਢ ਜੀ ਵੱਜ ਗਈ ਸੀ, ਉਹ ਕਿਸੇ ਦੇ ਨਾਲ ਉਸਨੇ ਆਪਣਾ ਕੋਈ ਦੁੱਖ ਸਾਂਝਾ ਨਹੀਂ ਕੀਤਾ ਸੀ। ਨੈਕਸਟ ਬੇਟਾ ਹੁਣ ਪੇਜ ਨੰਬਰ 35 ਅਸੀਂ ਸ਼ੁਰੂ ਕਰਨਾ ਹੈ। ਪਹਿਲਾਂ ਇਸਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਤੜਕੇ ਮੂੰਹ ਹਨੇਰੇ, ਤੜਕੇ ਮੂੰਹ ਹਨੇਰੇ ਮਤਲਬ ਸਵੇਰੇ ਸਵਖਤੇ। ਮੌਨ ਧਰ ਲੈਂਦਾ, ਚੁੱਪ ਕਰ ਰਹਿਣਾ। ਸਭ ਕਾਸੇ ਉੱਤੇ ਮਿੱਠੀ ਪਾ ਬੈਠਾ ਸੀ, ਮਿੱਟੀ ਪਾ ਦੇਣਾ, ਸਭ ਕਾਸੇ ਉੱਤੇ ਮਿੱਟੀ ਪਾ ਦੇਣਾ, ਭੁੱਲ ਜਾਣਾ। ਪਹਿਲੇ ਪਾਖੀ ਮਤਲਬ ਸ਼ੁਰੂਆਤ ਵਿੱਚ। ਗੁਆਰਾ, ਗੁਆਰਾ ਬੇਟਾ ਇੱਥੇ ਇੱਕ ਫਸਲ ਹੈ। ਠੀਕ ਹੈ, ਇਹ ਪੱਠਿਆਂ ਲਈ ਵੀ ਵਰਤੀ ਜਾਂਦੀ ਅਤੇ ਇਹਦੇ ਫਲੀਆਂ ਜਿਹੀਆਂ ਵੀ ਲੱਗਦੀਆਂ ਹਨ। ਬੁਸ਼ਕਾਰ ਕੇ, ਪੁਚਕਾਰ ਕੇ। ਚੰਦਰੇ ਬੋਲ ਕੱਢਦਾ ਹੈ, ਮਾੜੇ ਬੋਲ ਬੋਲਣਾ। ਠੀਕ ਹੈ ਬੇਟਾ, ਹੁਣ 35 ਪੇਜ ਦੀ ਅਸੀਂ ਰੀਡਿੰਗ ਕਰਾਂਗੇ। ਰਾਤ ਨੂੰ ਉਹ ਤਿੰਨੇ ਉੱਥੇ ਪੇੜ ਵਿੱਚ ਹੀ ਸੌਂ ਰਹੇ। ਰੋਟੀ ਕੀਲੇ ਕਾ ਸੀਰੀ ਦੇ ਗਿਆ ਸੀ। ਤੜਕੇ ਮੂੰਹ ਹਨੇਰੇ ਉੱਠ ਕੇ ਜਗਸੀਰ ਸਿੱਧਾ ਧਰਮ ਸਿੰਘ ਕੇ ਖੇਤ ਜਾਂਦਾ ਰਿਹਾ। ਸਾਰੇ ਉਹਨੂੰ ਮਖੌਲ ਕਰਦੇ ਰਹੇ, ਉਹ ਤੋਂ ਉਹਦੀ ਹੀਰ ਦੀਆਂ ਗੱਲਾਂ ਪੁੱਛਦੇ ਰਹੇ, ਪਰ ਉਸ ਇੱਕੋ ਚੁੱਪ ਧਾਰੀ ਹੋਈ ਸੀ। ਵਿੱਚ ਵਿੱਚ ਕਿਤੇ ਉਹ ਉਤਲੇ ਮਨੋਂ ਰਤਾ ਕੋ ਹੱਸ ਕੇ ਆਖ ਛੱਡਦਾ, ਜੋ ਹੋ ਗਈ ਸੋ ਹੋ ਗਈ, ਤੇ ਫਿਰ ਉਵੇਂ ਮੌਨ ਧਰ ਲੈਂਦਾ। ਕਈ ਦਿਨ ਪਿੰਡ ਦੇ ਹੋਰ ਮੁੰਡੇ ਵੀ ਉਹਨੂੰ ਛੇੜਦੇ ਰਹੇ, ਪਰ ਕਿਸੇ ਦੀ ਕੋਈ ਗੱਲ ਉਹਦੇ ਅੰਦਰ ਬੱਝੀ ਗੰਢ ਨੂੰ ਨਾ ਖੋਲ੍ਹ ਸਕੀ। ਇਹ ਗੰਢ ਸਗੋਂ ਹੋਰ ਪੀੜੀ ਹੁੰਦੀ ਗਈ। ਹੁਣ ਦੇਖੋ ਬੇਟਾ, ਪਹਿਲੇ ਤਾਂ ਉਹ ਤਿੰਨੇ ਜਾਣੇ ਜਦੋਂ ਗੇਬਾ, ਕੀਲਾ ਅਤੇ ਜਗਸੀਰ, ਠੀਕ ਹੈ, ਉੱਥੇ ਸ਼ਰਾਬ ਪੀਂਦੇ ਰਹਿੰਦੇ ਹਨ, ਅਤੇ ਫਿਰ ਉਹ ਉੱਥੇ ਹੀ ਕੀਲੇ ਕੇ ਪੇੜ ਵਿੱਚ ਹੀ ਸੌਂ ਜਾਂਦੇ ਹਨ। ਠੀਕ ਹੈ, ਅਤੇ ਜਦੋਂ ਅਗਲੀ ਸਵੇਰ ਚੜ੍ਹਦੀ ਹੈ ਅਤੇ ਸਵੇਰੇ ਸਵਖਤੇ ਜਗਸੀਰ ਸਿੱਧਾ ਧਰਮ ਸਿੰਘ ਕੇ ਖੇਤ ਚਲਾ ਜਾਂਦਾ ਹੈ। ਉੱਥੇ ਵੀ ਨਾਲ ਦੇ ਸਾਥੀ ਜੋ ਹੋਰ ਬੰਦੇ ਸਨ ਉਸ ਨੂੰ ਕਾਫੀ ਮਜ਼ਾਕ ਕਰਦੇ ਹਨ, ਪਰ ਬੇਸ਼ੱਕ ਉਹ ਵਿੱਚੋਂ ਥੋੜ੍ਹਾ ਜਿਹਾ ਹੱਸ ਕੇ ਉਹਨਾਂ ਨੂੰ ਜਵਾਬ ਦਿੰਦੇ ਕਹਿੰਦਾ ਸੀ ਕਿ ਜੋ ਹੋ ਗਿਆ ਸੋ ਹੋ ਗਿਆ, ਪਰ ਫਿਰ ਚੁੱਪ ਕਰ ਜਾਂਦਾ ਸੀ। ਪਿੰਡ ਦੇ ਹੋਰ ਮੁੰਡੇ ਵੀ ਉਸ ਨੂੰ ਕਾਫੀ ਦਿਨ ਛੇੜਦੇ ਰਹੇ ਸਨ, ਪਰ ਕੋਈ ਵੀ ਜਗਸੀਰ ਦੇ ਅੰਦਰ ਜੋ ਬੱਝੀ ਹੋਈ ਗੰਢ ਸੀ, ਜੋ ਉਸ ਦੀਆਂ ਅੰਦਰੂਨੀ ਭਾਵਨਾਵਾਂ ਸਨ, ਉਸ ਨੂੰ ਜਾਣ ਨਹੀਂ ਸਕਿਆ ਸੀ। ਨੈਕਸਟ ਬੇਟਾ, ਹੌਲੀ ਹੌਲੀ ਗੱਲ ਪੁਰਾਣੀ ਪੈ ਗਈ। ਸਾਰੇ ਆਪੋ ਆਪਣੀ ਕੰਮੀ ਧੰਦੀ ਰੁੱਝ ਕੇ ਇਸ ਗੱਲ ਨੂੰ ਭੁੱਲ ਗਏ। ਜਗਸੀਰ ਵੀ ਜਿਵੇਂ ਸਭ ਕਾਸੇ ਉੱਤੇ ਮਿੱਟੀ ਪਾ ਬੈਠਾ ਸੀ, ਪਰ ਉਹਦੇ ਅੰਦਰ ਹਰ ਵੇਲੇ ਇੱਕ ਚੀਸ ਜਿਹੀ ਪੈਂਦੀ ਰਹਿੰਦੀ, ਜਿਹੜੀ ਕਦੇ ਕਦੇ ਇੰਨੀ ਤੇਜ਼ ਹੋ ਜਾਂਦੀ ਕਿ ਉਹਦੀ ਪੀੜ ਉਹ ਤੋਂ ਝੱਲੀ ਨਾ ਜਾਂਦੀ। ਉਹਦੀ ਘੋੜੇ ਵਰਗੀ ਨਰੋਈ ਦੇ ਇਸ ਪੀੜ ਨਾਲ ਇੰਝ ਵਿੰਨੀ ਜਾਂਦੀ ਕਿ ਉਹਦੇ ਵਿੱਚ ਉੱਠਣ ਜੋਗਾ ਬਲ ਵੀ ਨਾ ਰਹਿੰਦਾ। ਹੁਣ ਜਦੋਂ ਸਮਾਂ ਬੀਤਦਾ ਜਾਂਦਾ ਹੈ, ਲੋਕ ਜੋ ਹਨ ਆਪਣੇ ਕੰਮ ਧੰਦਿਆਂ ਵਿੱਚ ਰੁੱਝੇ ਹੋਣ ਕਾਰਨ ਇਸ ਗੱਲ ਨੂੰ ਭੁੱਲ ਜਾਂਦੇ ਹਨ। ਜਗਸੀਰ ਵੀ ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਕਦੇ ਕਦਾਈ ਉਹਦੇ ਮਨ ਵਿੱਚ ਅਜਿਹੀ ਚੀਜ਼ ਜੀ ਪੈਂਦੀ ਸੀ ਕਿ ਉਸ ਕੋਲੋਂ ਉਹ ਦੁੱਖ ਜੋ ਸੀ ਉਹ ਬਰਦਾਸ਼ਤ ਨਹੀਂ ਹੁੰਦਾ ਸੀ, ਅਤੇ ਉਸ ਸਮੇਂ ਜੋ ਉਸ ਦੀ ਨਰੋਈ ਦੇ ਸੀ ਉਹ ਵੀ ਇੰਝ ਉਸ ਦੁੱਖ ਦੇ ਨਾਲ ਵਿੰਨੀ ਜਾਂਦੀ ਸੀ ਕਿ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਸ ਕੋਲੋਂ ਉੱਠਿਆ ਵੀ ਨਹੀਂ ਜਾਣਾ। ਨੈਕਸਟ ਬੇਟਾ, ਹਾੜੀਆਂ ਲੋਕਾਂ ਨੇ ਵੱਢ ਕੱਢ ਕੇ ਵੇਚ ਲਈਆਂ ਸਨ। ਹਾੜ ਦੇ ਪਹਿਲੇ ਪਾਖੀ ਮੀਂਹ ਪੈਣ ਕਰਕੇ ਸਾਉਣੀਆਂ ਦੀ ਬਿਜਾਈ ਦਾ ਜ਼ੋਰ ਸੀ। ਜਗਸੀਰ ਕਿਆਂ ਨੇ ਐਤਕੀ ਆਪਣੇ ਖੇਤ ਵਿੱਚ ਚਰੀ ਤੇ ਗੁਆਰਾ ਬੀਜਣਾ ਸੀ। ਉਹਦੇ ਪਿਓ ਨੇ ਉਹਨੂੰ ਤੜਕੇ ਹਲ ਜੋੜਨ ਲਈ ਆਖਿਆ ਸੀ। ਰਾਤ ਨੂੰ ਜਗਸੀਰ ਭਾਵੇਂ ਸਵਖਤੇ ਹੀ ਪੈ ਗਿਆ ਸੀ, ਪਰ ਫੇਰ ਵੀ ਤੜਕੇ ਉੱਠਣ ਲੱਗਿਆਂ ਉਹਦੇ ਹੱਡ ਪੈਰ ਦੁਖੀ ਜਾਂਦੇ ਸਨ। ਜਦੋਂ ਉਹ ਹਲ ਲੈ ਕੇ ਤੁਰਿਆ ਤਾਂ ਭੱਠੀ ਕੋਲ ਆ ਕੇ ਉਹਦੀਆਂ ਲੱਤਾਂ ਭਾਰੀਆਂ ਭਾਰੀਆਂ ਹੋ ਗਈਆਂ। ਉਹਨੇ ਰੌਣਕੀ ਦੀ ਕੋਠੜੀ ਵੱਲ ਨਿਗਾਹ ਮਾਰੀ। ਅੰਦਰ ਦੀਵਾ ਜਗਦਾ ਸੀ। ਬਲਦਾਂ ਨੂੰ ਬੁਸ਼ਕਾਰ ਕੇ ਉਹ ਕੋਠੜੀ ਦੇ ਅੰਦਰ ਲੰਘ ਗਿਆ। ਰੌਣਕੀ ਦੀ ਤੀਵੀਂ ਸੰਤੋ ਚਾਹ ਧਰਨ ਲੱਗੀ ਸੀ। ਹੁਣ ਇੱਥੇ ਬੇਟਾ ਕੀ ਦੱਸਿਆ ਗਿਆ ਹੈ ਕਿ ਜੋ ਹਾੜੀ ਦੀ ਫਸਲ ਸੀ ਉਹ ਲੋਕਾਂ ਨੇ ਸਾਂਭ ਲਈ ਸੀ, ਅਤੇ ਹਾੜ ਦੇ ਮਹੀਨੇ ਵਿੱਚ, ਹਾੜ ਦੀ ਸ਼ੁਰੂਆਤ ਵਿੱਚ ਜਦੋਂ ਮੀਂਹ ਪਿਆ ਪਹਿਲਾਂ, ਅਤੇ ਸਾਉਣੀ ਦੀ ਜੋ ਬਿਜਾਈ ਸੀ ਉਹਦਾ ਜ਼ੋਰ ਜੋ ਸੀ ਤੇਜ਼ ਹੋ ਗਿਆ ਸੀ। ਲੋਕ ਸਾਉਣੀ ਦੀ ਫਸਲ ਦੀ ਬਿਜਾਈ ਕਰਨ ਲਈ ਤਿਆਰ ਹੋ ਗਏ ਸਨ, ਅਤੇ ਜੋ ਜਗਸੀਰ ਸੀ ਉਹਨਾਂ ਨੇ ਆਪਣੇ ਖੇਤ ਵਿੱਚ ਚਰੀ ਅਤੇ ਗੁਆਰਾ ਬੀਜਣਾ ਸੀ। ਇਸ ਲਈ ਉਸਦੇ ਪਿਓ ਨੇ ਉਸਨੂੰ ਸਵੇਰੇ ਸਵਖਤੇ ਹਲ ਜੋੜਨ ਲਈ ਆਖਿਆ ਸੀ। ਪਰ ਜਦੋਂ ਸਵੇਰੇ ਉੱਠਦਾ ਹੈ ਤਾਂ ਉਸਨੂੰ ਆਪਣੇ ਹੱਡ ਪੈਰ ਬੜੇ ਦੁਖਦੇ ਹੋਏ ਮਹਿਸੂਸ ਹੁੰਦੇ ਹਨ। ਉਹ ਹਲ ਲੈ ਕੇ ਜਦੋਂ ਘਰੋਂ ਨਿਕਲਦਾ ਹੈ, ਰੌਣਕੀ, ਹੁਣ ਬੇਟਾ ਇੱਥੇ ਜ਼ਿਕਰ ਹੈ ਰੌਣਕੀ ਜੋ ਕਿ ਉਸਦਾ ਮਿੱਤਰ ਸੀ, ਉਸ ਦੀ ਕੋਠੜੀ ਕੋਲ ਜਾਂਦਾ ਹੈ ਅਤੇ ਉੱਥੇ ਬਲਦਾਂ ਨੂੰ ਰੋਕ ਕੇ ਕੋਠੜੀ ਦੇ ਅੰਦਰ ਲੰਘ ਜਾਂਦਾ ਹੈ, ਅਤੇ ਰੌਣਕੀ ਦੀ ਪਤਨੀ ਸੰਤੋ ਚਾਹ ਧਰ ਰਹੀ ਸੀ। ਠੀਕ ਹੈ,
ਕਿਵੇਂ ਹੈ ਜਿਉਂਦਾ ਹੈ ਕਿ ਜਾ ਦਿੱਤੇ ਧਰਮਰਾਜ ਨੂੰ ਲੇਖੇ। ਜਗਸੀਰ ਨੇ ਅੰਦਰ ਵੜਦਿਆਂ ਹੀ ਆਖਿਆ, ਕਿਉਂ ਕੜਮਿਆ ਚੰਦਰੇ ਬੋਲ ਕੱਢਦਾ ਹੈ? ਮੇਰੇ ਕੋਲ ਤਾਂ ਇੱਕੋ ਹੀ ਹੈ, ਸੰਤੋ ਨੇ ਹੱਸ ਕੇ ਕਿਹਾ। ਹੁਣ ਇਹ ਜਗਸੀਰ ਇਹ ਜੋ ਗੱਲ ਸੀ ਕਿਵੇਂ ਹੈ ਜਿਉਂਦਾ ਹੈ ਕਿ ਜਾ ਦਿੱਤੇ ਧਰਮਰਾਜ ਨੂੰ ਲੇਖੇ, ਇਹ ਰੌਣਕੀ ਨੂੰ ਆਖ ਰਿਹਾ ਸੀ ਕਿ ਉਹ ਜਿਉਂਦਾ ਹੈ ਕਿ ਮਰ ਗਿਆ ਹੈ। ਪਰ ਸੰਤੋ ਅੱਗੋਂ ਉਸ ਨੂੰ ਜਵਾਬ ਦਿੰਦੇ ਹੋਏ ਕਹਿੰਦੀ ਕਿ ਉਹ ਅਜਿਹੇ ਮਾੜੇ ਬੋਲ ਨਾ ਕੱਢੇ, ਉਸ ਕੋਲ ਤਾਂ ਸਿਰਫ ਰੌਣਕੀ ਇੱਕ ਸਹਾਰਾ ਹੈ, ਕਿਉਂਕਿ ਸੰਤੋ ਦੀ ਕੋਈ ਔਲਾਦ ਨਹੀਂ ਸੀ। ਨੈਕਸਟ ਬੇਟਾ, ਰੌਣਕੀ ਬਾਹਰ ਗਿਆ ਹੋਇਆ ਸੀ, ਉਦੋਂ ਹੀ ਬਾਹਰੋਂ ਆ ਗਿਆ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਅੰਦਰ ਆਉਂਦੇ ਬੋਲਿਆ, ਕਿਹਨੂੰ ਤੋਰੀ ਜਾਂਦੇ ਧਰਮਰਾਜ ਕੋਲੇ? ਹੋਰ ਸੁਣਾ ਤੜਕੇ ਤੜਕੇ ਕੀ ਕੰਮ ਪੈ ਗਿਆ ਗਰੀਬਾਂ ਤਾਈਂ? ਐਵੇਂ ਤੇ ਅੱਗੋਂ ਸੰਤੋ ਵੱਲ ਝਾਕ ਕੇ ਜਗਸੀਰ ਕੁਝ ਨਾ ਬੋਲਿਆ। 10 ਹਜ਼ਾਰ ਸੰਗ ਇੱਥੇ ਨਿੰਜਾ ਵੜ ਤੇ ਸੰਗ ਸ਼ਰਮ ਨੂੰ ਇੱਥੇ ਕੋਈ ਓਪਰਾ ਬੈਠਾ ਹੈ। ਉਹ ਸੰਤੋ ਹੈ ਜਿਹੜੀ ਭੱਠੀ ਤੇ ਬੈਠੀ ਬੈਠੀ ਗਾਲਾਂ ਕੱਢਦੀ ਰਹਿੰਦੀ ਹੈ। ਤੇ ਉਹਨੇ ਟੇਢੀ ਅੱਖ ਸੰਤੋ ਵੱਲ ਤੱਕਿਆ। ਅੱਗੋਂ ਉਹ ਵੀ ਧਮਕੀ, ਤੂੰ ਤਾਂ ਸੁਖਮਨੀ ਦਾ ਪਾਠ ਕਰਦਾ ਰਹਿੰਦਾ ਹੋਏਗਾ ਸਾਰਾ ਦਿਨ। ਠੀਕ ਹੈ, ਹੁਣ ਜਦੋਂ ਜਗਸੀਰ ਤੇ ਸੰਤੋ ਗੱਲ ਕਰ ਰਹੇ ਸੀ ਉਸੇ ਵੇਲੇ ਹੀ ਰੌਣਕੀ ਵੀ ਕੋਠੜੀ ਦੇ ਅੰਦਰ ਆ ਜਾਂਦਾ ਹੈ ਤੇ ਜਗਸੀਰ ਨੂੰ ਪੁੱਛਦਾ ਹੈ ਕਿ ਉਸ ਨੂੰ ਗਰੀਬਾਂ ਦਾ ਕੀ ਕੰਮ ਪੈ ਗਿਆ ਹੈ। ਪਰ ਜਗਸੀਰ ਸੰਤੋ ਵੱਲ ਝਾਕਦੇ ਹੋਇਆਂ ਸੰਗ ਜੀ ਮਹਿਸੂਸ ਕਰਦੇ ਹੋਇਆ ਉਸ ਦੇ ਨਾਲ ਆਪਣੇ ਮਿੱਤਰ ਰੌਣਕੀ ਦੇ ਨਾਲ ਕੋਈ ਖੁੱਲ੍ਹ ਕੇ ਗੱਲ ਨਹੀਂ ਕਰਦਾ। ਠੀਕ ਹੈ ਬੇਟਾ, ਹੁਣ ਇੱਥੇ 35 ਪੇਜ ਤੱਕ ਸਾਡੀ ਰੀਡਿੰਗ ਕੰਪਲੀਟ ਹੋ ਗਈ ਹੈ। ਤੁਸੀਂ ਪੇਜ ਨੰਬਰ 19 ਤੋਂ 35 ਤੱਕ ਪੇਜ ਰਿਵਾਈਜ਼ ਕਰਨੇ ਹਨ ਤੇ ਨਾਲ ਹੀ ਬੇਟਾ ਪੇਜ ਨੰਬਰ 36, 37 ਔਰ 38 वर्ड मीनिंग प्लान करने ने। ओके बेटा।